ਅੱਜ ਅਸੀਂ ਸਵਰਗੀ ਮਾਤਾ ਅਤੇ ਚਮਤਕਾਰਾਂ ਦੀ ਦੁਨੀਆ ਸਿਰਲੇਖ ਦੇ ਅਧੀਨ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਵਾਂਗੇ। ਨਵਾਂ ਯਰੂਸ਼ਲਮ ਦਿਵਸ ਆ ਗਿਆ ਹੈ। ਨਵਾਂ ਯਰੂਸ਼ਲਮ ਦਿਵਸ ਇੱਕ ਅਰਥਪੂਰਨ ਦਿਨ ਹੈ ਜਦੋਂ ਸਵਰਗੀ ਮਾਤਾ ਸਾਡੇ ਗਵਾਚੇ ਹੋਏ ਭੈਣਾਂ ਭਰਾਵਾਂ ਨੂੰ ਲੱਭਣ ਲਈ ਅਤੇ ਸਾਨੂੰ ਸਾਰਿਆਂ ਨੂੰ ਸਦੀਪਕ ਸਵਰਗ ਦੇ ਰਾਜ ਵੱਲ ਅਗਵਾਈ ਕਰਨ ਲਈ ਸਰੀਰ ਦਾ ਤੰਬੂ ਪਹਿਨ ਕੇ ਇਸ ਧਰਤੀ ਉੱਤੇ ਆਈ। ਇਸ ਲਈ ਆਓ ਅਸੀਂ ਇੱਕ ਵਾਰ ਫਿਰ ਸਵਰਗੀ ਮਾਤਾ ਅਤੇ ਚਮਤਕਾਰਾਂ ਦੀ ਦੁਨੀਆ ਸਿਰਲੇਖ ਦੇ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਸਵਰਗ ਜਾਣ ਤੋਂ ਕੁਝ ਦਿਨ ਪਹਿਲਾਂ ਸਵਰਗੀ ਪਿਤਾ ਦੁਆਰਾ ਛੱਡੇ ਗਏ ਬਹੁਤ ਸਾਰੇ ਸੰਦੇਸ਼ਾਂ ਵਿੱਚੋਂ ਇੱਕ ਸੀ, ਜੇਕਰ ਤੁਸੀਂ ਮਾਤਾ ਜੀ ਦੀ ਸੁਣਦੇ ਹੋ ਤਾਂ ਤੁਹਾਨੂੰ ਸੌਂਦੇ ਸਮੇਂ ਵੀ ਚੌਲਾਂ ਦਾ ਕੇਕ ਮਿਲੇਗਾ। ਉਹਨਾਂ ਨੇ ਸਧਾਰਨ ਸ਼ਬਦਾਂ ਦੀ ਵਰਤੋਂ ਕਰਕੇ ਜੋ ਮੈਂ ਸਮਝ ਸਕਾਂ ਮੈਨੂੰ ਇਹ ਸੰਦੇਸ਼ ਦਿੱਤਾ। ਸਾਡੇ ਲਈ ਉਹਨਾਂ ਦੀ ਬੇਨਤੀ ਸੀ ਕਿ ਅਸੀਂ ਹਮੇਸ਼ਾ ਸਵਰਗੀ ਮਾਤਾ ਜੀ ਦੇ ਵਚਨਾਂ ਅਤੇ ਸਿੱਖਿਆਵਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਅਤੇ ਉਸ ਨੂੰ ਮਨਾਉਂਦੇ ਹੋਏ ਮੁਕਤੀ ਦਾ ਕੰਮ ਪੂਰਾ ਕਰਨ ਤੋਂ ਬਾਅਦ ਸਵਰਗ ਵਾਪਸ ਆ ਜਾਈਏ। ਆਓ ਦੇਖੀਏ ਕਿ ਜਦੋਂ ਅੱਜ ਵੀ ਸਿਯੋਨ ਪਰਿਵਾਰ ਦੇ ਪਿਆਰੇ ਮੈਂਬਰ ਸਵਰਗੀ ਮਾਤਾ ਜੀ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਨ ਜਿਵੇਂ ਕਿ ਉਹ ਦਿੱਤੀਆਂ ਗਈਆਂ ਹਨ, ਫਿਰ ਕੀ ਚਮਤਕਾਰ ਹੁੰਦੇ ਹਨ। ਮੈਨੂੰ ਇੱਕ ਚਰਚ ਤੋਂ ਇੱਕ ਚਿੱਠੀ ਮਿਲੀ। ਮਈ ਵਿੱਚ ਇਸ ਚਰਚ ਦੇ ਵਿੱਚ 1850 ਮੈਂਬਰ ਸੀ। ਭਾਵੇਂ ਬਾਹਰੀ ਗਤੀਵਿਧੀਆਂ ਲਈ ਪਾਬੰਦੀਆਂ ਹਨ ਅਤੇ ਮਹਾਮਾਰੀ ਦੇ ਕਾਰਨ ਲੋਕਾਂ ਨੂੰ ਵਿਅਕਤੀਗਤ ਤੌਰ ਤੇ ਮਿਲਣਾ ਬਹੁਤ ਮੁਸ਼ਕਲ ਹੈ। ਮੈਂਬਰਾਂ ਦੀ ਗਿਣਤੀ 1850 ਤੋਂ ਵੱਧ ਕੇ 3508 ਹੋ ਗਈ। ਮਈ ਵਿੱਚ ਪਿੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਦੀ ਆਸ਼ੀਸ਼ ਪ੍ਰਾਪਤ ਕਰਨ ਤੋਂ ਬਾਅਦ ਮੈਂਬਰਾਂ ਨੇ ਇੱਕ ਪ੍ਰਚਾਰ ਸਮਾਰੋਹ ਨੂੰ ਆਯੋਜਿਤ ਕੀਤਾ ਅਤੇ ਉਹ ਸਿਰਫ 4 ਮਹੀਨਿਆਂ ਵਿੱਚ ਵੱਧ ਕੇ 3508 ਹੋ ਗਏ। ਇਸ ਦਾ ਮਤਲਬ ਹੈ ਕਿ ਇਸ ਚਰਚ ਵਿੱਚ ਹਾਜ਼ਰੀ 1850 ਤੋਂ ਵੱਧ ਕੇ 3508 ਹੋ ਗਈ। ਇਸ ਚਰਚ ਵਿੱਚ ਇਸ ਖਾਸ ਸਫਲਤਾ ਦਾ ਕਾਰਨ ਇਹ ਸੀ ਕਿ ਉਹ ਹਰ ਮਹੀਨੇ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਦੇ ਹੋਏ ਮਾਤਾ ਜੀ ਦੇ ਆਸ਼ੀਰਵਾਦ ਦੇ ਵਚਨ ਸਿੱਧੇ ਸੁਣਦੇ ਸੀ। ਇਹ ਚਰਚ ਖੁਸ਼ਖਬਰੀ ਦੇ ਕੰਮ ਲਈ ਬਹੁਤ ਸਾਰੇ ਪ੍ਰਤੀਕੂਲ ਹਾਲਾਤਾਂ ਅਤੇ ਵਾਤਾਵਰਣ ਵਿੱਚ ਰਿਹਾ ਹੈ। ਅਜਿਹੇ ਬਹੁਤ ਸਾਰੇ ਚਰਚ ਹਨ ਜੋ ਖੁਸ਼ਖਬਰੀ ਦੇ ਕੰਮ ਲਈ ਅਨੁਕੂਲ ਸਥਿਤੀਆਂ ਵਿੱਚ ਹਨ, ਪਰ ਇਸ ਚਰਚ ਵਿੱਚ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਹਰ ਮਹੀਨੇ ਗਿਣਤੀ ਵਿੱਚ ਵਾਧਾ ਹੋਇਆ ਹੈ। ਉਸ ਚਰਚ ਦੇ ਪੁਰੋਹਿਤ ਨੇ ਕਿਹਾ, ਪਰਮੇਸ਼ਵਰ ਦਾ ਵਚਨ ਸੱਚਮੁੱਚ ਭਿਆਨਕ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਪਰਮੇਸ਼ਵਰ ਦਾ ਵਚਨ ਭਿਆਨਕ ਕਿਉਂ ਹੈ, ਉਸਨੇ ਜਵਾਬ ਦਿੱਤਾ, ਇਹ ਇਸ ਲਈ ਹੈ ਕਿਉਂਕਿ ਸਭ ਕੁਝ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਪੂਰਾ ਹੁੰਦਾ ਹੈ। ਪੁਰੋਹਿਤ ਨੇ ਹੈਰਾਨੀਜਨਕ ਖਬਰ ਸੁਣਾਉਂਦੇ ਹੋਏ ਕਿਹਾ, ਇਸ ਚਮਤਕਾਰੀ ਕੰਮ ਨੂੰ ਦੇਖਣ ਦੇ ਦੌਰਾਨ ਮੈਨੂੰ ਸੱਚਮੁੱਚ ਸਵਰਗੀ ਮਾਤਾ ਦੇ ਇਸ ਧਰਤੀ ਤੇ ਆਉਣ ਦਾ ਉਦੇਸ਼ ਮਹਿਸੂਸ ਹੋਇਆ ਅਤੇ ਮੈਂ ਇੰਨੀ ਡੂੰਘਾਈ ਨਾਲ ਪ੍ਰੇਰਿਤ ਹੋਇਆ ਕਿ ਮੇਰਾ ਦਿਲ ਧੜਕ ਰਿਹਾ ਸੀ। ਮੈਂਬਰਾਂ ਨੇ ਇੱਕ ਮਨ ਨਾਲ ਸੰਕਲਪ ਕਰਕੇ ਖੁਸ਼ਖਬਰੀ ਲਈ ਆਪਣੇ ਉਤਸ਼ਾਹ ਨੂੰ ਸਥਿਰ ਕੀਤਾ। ਇਸ ਲਈ ਪਰਮੇਸ਼ਵਰ ਨੇ 3508 ਤੱਕ ਪਹੁੰਚਣ ਦਾ ਇਹ ਚਮਤਕਾਰੀ ਨਤੀਜਾ ਜੋ ਉਹਨਾਂ ਦੇ ਉਦੇਸ਼ ਤੋਂ ਜ਼ਿਆਦਾ ਸੀ, ਉਹਨਾਂ ਦੀ ਯੋਜਨਾ ਨੂੰ ਬਣਾਉਣ ਤੇ 4 ਮਹੀਨਿਆਂ ਬਾਅਦ ਸਤੰਬਰ ਦੇ ਅੰਤ ਵਿੱਚ ਉਹਨਾਂ ਨੂੰ ਦਿੱਤਾ। ਇਸ ਚਰਚ ਦਾ ਪੁਰੋਹਿਤ ਅਕਸਰ ਨਹੀਂ ਪਰ ਸਿਰਫ ਉਦੋਂ ਹੀ ਸਵਰਗੀ ਮਾਤਾ ਨੂੰ ਸੰਪਰਕ ਕਰਦਾ ਹੈ ਜਦੋਂ ਉਸ ਕੋਲ ਕੋਈ ਜ਼ਰੂਰੀ ਬੇਨਤੀ ਹੁੰਦੀ ਹੈ। ਜਦੋਂ ਮੈਂਬਰ ਇਸ ਸਾਲ ਦੇ ਲਈ ਇੱਕ ਨਿਸ਼ਚਿਤ ਉਦੇਸ਼ ਨੂੰ ਪੂਰਾ ਕਰਨ ਲਈ ਦ੍ਰਿੜ ਸੀ, ਚਰਚ ਦੇ ਪੁਰੋਹਿਤ ਨੇ ਮਾਤਾ ਜੀ ਦੇ ਆਸ਼ੀਰਵਾਦ ਦੇ ਵਚਨਾਂ ਨੂੰ ਸੁਣਨ ਲਈ ਉਹਨਾਂ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ, ਕਿਉਂਕਿ ਉਹ ਜੋ ਕੁਝ ਵੀ ਕਹਿੰਦੇ ਹਨ ਉਹ ਸੱਚ ਹੁੰਦਾ ਹੈ। ਚਰਚ ਦੇ ਪੁਰੋਹਿਤ ਨੇ ਕਿਹਾ ਕਿ ਜੋ ਹੋਇਆ ਉਹ ਅਵਿਸ਼ਵਾਸਯੋਗ ਸੀ। 1 ਮਹੀਨਾ ਬੀਤਣ ਤੋਂ ਬਾਅਦ ਅਤੇ ਫਿਰ ਇੱਕ ਹੋਰ ਮਹੀਨਾ ਬੀਤਣ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਣ ਲੱਗਾ ਜੋ ਕੁਝ ਹੋ ਰਿਹਾ ਹੈ ਉਹ ਮਨੁੱਖ ਦੀ ਸ਼ਕਤੀ ਨਾਲ ਕਦੇ ਵੀ ਸੰਭਵ ਨਹੀਂ ਹੋ ਸਕਦਾ। ਇਹ ਕਿਵੇਂ ਸੰਭਵ ਹੈ ਕਿ ਮਹਾਮਾਰੀ ਦੇ ਦੌਰਾਨ ਇਸ ਤਰ੍ਹਾਂ ਹੋ ਰਿਹਾ ਹੈ? ਪਰ
ਉਹ ਸਵਰਗੀ ਮਾਤਾ ਦੁਆਰਾ ਦਿੱਤੇ ਵਚਨਾਂ ਤੇ ਭਰੋਸਾ ਕਰਦੇ ਹੋਏ ਆਪਣੀ ਯੋਜਨਾ ਨਾਲ ਅੱਗੇ ਵਧੇ ਅਤੇ ਆਪਣੇ ਆਪ ਨੂੰ ਆਪਣੇ ਉਦੇਸ਼ ਦੇ ਨੇੜੇ ਕਦਮ ਦਰ ਕਦਮ ਵੱਧਦੇ ਹੋਏ ਵੇਖਦੇ ਰਹੇ। ਚਰਚ ਦੇ ਪੁਰੋਹਿਤ ਨੇ ਮਹਿਸੂਸ ਕੀਤਾ ਖੁਸ਼ਖਬਰੀ ਦਾ ਕੰਮ ਹੌਲੀ ਸੀ ਅਤੇ ਸਾਡਾ ਉਦੇਸ਼ ਪੂਰਾ ਨਹੀਂ ਹੋਇਆ ਸੀ ਕਿਉਂਕਿ ਸਾਡੇ ਕੋਲ ਵਿਸ਼ਵਾਸ ਦੀ ਘਾਟ ਸੀ ਜਾਂ ਸਾਡੇ ਕੋਲ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ। ਹਾਲਾਂਕਿ ਸਾਡਾ ਉਦੇਸ਼ ਉਦੋਂ ਪੂਰਾ ਹੋਇਆ ਜਦੋਂ ਅਸੀਂ ਵਿਸ਼ਵਾਸ ਨਾਲ ਖੁਸ਼ਖਬਰੀ ਦਾ ਕੰਮ ਕੀਤਾ। ਇਸ ਲਈ ਅਸੀਂ ਸਾਰਿਆਂ ਨੇ ਆਪਣੇ ਵਾਤਾਵਰਣ ਅਤੇ ਹਾਲਾਤਾਂ ਨੂੰ ਖੁਸ਼ਖਬਰੀ ਦੇ ਕੰਮ ਦੀ ਹੌਲੀ ਤਰੱਕੀ ਦੇ ਬਹਾਨੇ ਵਜੋਂ ਇਸ ਦੀ ਵਰਤੋਂ ਨਾ ਕਰਨ ਦਾ ਸੰਕਲਪ ਲਿਆ। ਉਹਨਾਂ ਨੇ ਭੇਜੀ ਚਿੱਠੀ ਵਿੱਚ ਆਪਣੀ ਭਾਵਨਾ ਪ੍ਰਗਟ ਕੀਤੀ ਅਤੇ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਅੱਜ ਦੇ ਉਪਦੇਸ਼ ਦਾ ਸਿਰਲੇਖ ਹੈ ਸਵਰਗੀ ਮਾਤਾ ਅਤੇ ਚਮਤਕਾਰਾਂ ਦੀ ਦੁਨੀਆ। ਜਦੋਂ ਅਸੀਂ ਇਸ ਗੱਲ ਤੇ ਡੂੰਘਾਈ ਨਾਲ ਨਜ਼ਰ ਪਾਉਂਦੇ ਹਾਂ ਕਿ ਪਿਤਾ ਦੇ ਯੁੱਗ ਅਤੇ ਪੁੱਤਰ ਦੇ ਯੁੱਗ ਵਿੱਚ ਕਿਵੇਂ ਖੁਸ਼ਖਬਰੀ ਦਾ ਕੰਮ ਕੀਤਾ ਗਿਆ ਸੀ, ਫਿਰ ਅਸੀਂ ਸਮਝ ਸਕਦੇ ਹਾਂ ਕਿ ਕਿਸ ਤਰ੍ਹਾਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਜੋ ਆਤਮਾ ਤੇ ਲਾੜੀ ਹਨ, ਪਵਿੱਤਰ ਆਤਮਾ ਦੇ ਯੁੱਗ ਵਿੱਚ ਖੁਸ਼ਖਬਰੀ ਦੇ ਕੰਮ ਦੀ ਅਗਵਾਈ ਕਰ ਰਹੇ ਹਨ। ਅਤੀਤ ਵਿੱਚ ਵਾਪਰੀਆਂ ਘਟਨਾਵਾਂ ਦੇ ਦੁਆਰਾ ਸਾਨੂੰ ਇਸ ਨੂੰ ਜਲਦੀ ਸਮਝਣ ਦੀ ਲੋੜ ਹੈ। ਜਦੋਂ ਅਸੀਂ ਯਹੋਸ਼ੂਆ ਦੇ ਕੰਮ, ਮੂਸਾ ਦੇ ਕੰਮ ਅਤੇ ਗਿਦੌਨ ਦੇ ਕੰਮ ਵਰਗੇ ਪੁਰਾਣੇ ਨੇਮ ਦੇ ਕੰਮਾਂ ਨੂੰ ਦੇਖਦੇ ਹਾਂ ਤਦ ਇਹਨਾਂ ਸਾਰਿਆਂ ਵਿੱਚ ਇੱਕ ਗੱਲ ਸਾਂਝੀ ਸੀ। ਅਜਿਹੇ ਬਹੁਤ ਸਾਰੇ ਚਮਤਕਾਰ ਸੀ ਜੋ ਸਾਨੂੰ ਹੈਰਾਨ ਕਰ ਦਿੰਦੇ ਹਨ ਕਿ ਕੀ ਇਹ ਚਮਤਕਾਰ ਸੰਭਵ ਹੋਣਗੇ ਜੇਕਰ ਉਹ ਇਸ ਨੂੰ ਸਾਡੀ ਸ਼ਕਤੀ ਯਾਨੀ ਮਨੁੱਖਾਂ ਦੀ ਸ਼ਕਤੀ ਨਾਲ ਕਰਨ ਦੀ ਕੋਸ਼ਿਸ਼ ਕਰਨ। ਇਹਨਾਂ ਵਿੱਚੋਂ ਕੋਈ ਵੀ ਚਮਤਕਾਰ ਮਨੁੱਖਾਂ ਦੀ ਸ਼ਕਤੀ ਦੁਆਰਾ ਨਹੀਂ ਕੀਤਾ ਜਾ ਸਕਦਾ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਲਾਲ ਸਮੁੰਦਰ ਮਨੁੱਖ ਦੀ ਸ਼ਕਤੀ ਦੁਆਰਾ ਵੰਡਿਆ ਜਾ ਸਕਦਾ ਸੀ? ਜੇਕਰ ਇਜ਼ਰਾਈਲੀਆਂ ਨੇ ਆਪਣੀ ਸ਼ਕਤੀ ਨਾਲ ਯਰੀਹੋ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਹੁੰਦੀ ਤਦ ਇਹ ਆਪਣੇ ਆਪ ਡਿੱਗਦਾ। ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਯਹੋਸ਼ੂਆ ਅਤੇ ਉਸ ਦੀ ਫੌਜ ਨੇ ਅਮੋਰੀਆਂ ਨਾਲ ਯੁੱਧ ਕੀਤਾ ਤਦ ਸੂਰਜ ਸਾਰਾ ਦਿਨ ਆਕਾਸ਼ ਦੇ ਵਿਚਕਾਰ ਉਹਨਾਂ ਦੀ ਤਾਕਤ ਨਾਲ ਖੜਾ ਰਿਹਾ? ਕੀ ਚੰਦਰਮਾ ਦਾ ਆਪਣੇ ਨਿਰਧਾਰਿਤ ਸਮੇਂ ਉੱਤੇ ਪ੍ਰਗਟ ਹੋਏ ਬਿਨਾਂ ਰੁਕ ਜਾਣਾ ਸੰਭਵ ਹੈ? ਇਹਨਾਂ ਸਾਰੀਆਂ ਘਟਨਾਵਾਂ ਵਿੱਚ ਜੋ ਸਮਾਨਤਾ ਹੈ ਉਹ ਇਹ ਹੈ ਕਿ ਜੇਕਰ ਇਹ ਮਨੁੱਖਾਂ ਦੀ ਸ਼ਕਤੀ ਦੁਆਰਾ ਕੀਤਾ ਜਾਂਦਾ ਤਦ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੋ ਸਕਦਾ ਸੀ। ਲਾਲ ਸਮੁੰਦਰ ਵੰਡਿਆ ਨਹੀਂ ਜਾ ਸਕਦਾ ਸੀ, ਯਰੀਹੋ ਸ਼ਹਿਰ ਡਿੱਗ ਨਹੀਂ ਸਕਦਾ ਸੀ ਅਤੇ ਸੂਰਜ ਨਹੀਂ ਰੁਕ ਸਕਦਾ ਸੀ। ਪਰ ਪਰਮੇਸ਼ਵਰ ਦੀ ਸ਼ਕਤੀ ਨਾਲ ਸੂਰਜ ਰੁਕ ਗਿਆ, ਲਾਲ ਸਮੁੰਦਰ ਵੰਡਿਆ ਗਿਆ ਅਤੇ ਯਰੀਹੋ ਸ਼ਹਿਰ ਡਿੱਗ ਪਿਆ। ਇਸ ਯੁੱਗ ਵਿੱਚ ਵੀ ਸਾਡਾ ਖੁਸ਼ਖਬਰੀ ਦਾ ਕੰਮ ਇਸੇ ਤਰ੍ਹਾਂ ਕੰਮ ਕਰਦਾ ਹੈ। ਜੇਕਰ ਅਸੀਂ ਸਿਯੋਨ ਦੇ ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਖੁਸ਼ਖਬਰੀ ਦਾ ਕੰਮ ਕਰਦੇ ਹਾਂ ਫਿਰ ਇਹ ਖੁਸ਼ਖਬਰੀ ਦਾ ਕੰਮ ਇੱਕ ਕਦਮ ਵੀ ਅੱਗੇ ਨਹੀਂ ਵਧੇਗਾ। ਅਸੀਂ ਇਸ ਨੂੰ ਉਸ ਚਿੱਠੀ ਵਿੱਚ ਜਿਸ ਦਾ ਮੈਂ ਤੁਹਾਡੇ ਅੱਗੇ ਜ਼ਿਕਰ ਕੀਤਾ ਸੀ ਕਿ ਕਲੀਸਿਆ ਵਿੱਚ ਕੀ ਵਾਪਰਿਆ ਸੀ, ਮੌਜੂਦਾ ਭੈਣਾਂ ਅਤੇ ਭਰਾਵਾਂ ਦੀ ਦੇਖਭਾਲ ਕਰਦੇ ਹੋਏ ਜਿਸ ਵਿੱਚ ਬਹੁਤ ਸਮਾਂ ਲੱਗਦਾ ਹੈ ਅਤੇ ਜੋ ਸੌਖਾ ਨਹੀਂ ਹੈ, ਉਸ ਚਰਚ ਦੇ ਮੈਂਬਰ ਹਰੇਕ ਮਹੀਨੇ ਵੱਧ ਤੋਂ ਵੱਧ ਨਵੇਂ ਭੈਣਾਂ ਅਤੇ ਭਰਾਵਾਂ ਦੀ ਅਗਵਾਈ ਅਤੇ ਦੇਖਭਾਲ ਕਰ ਰਹੇ ਹਨ। ਜੇਕਰ ਇਹ ਮਨੁੱਖਾਂ ਦੀ ਸ਼ਕਤੀ ਦੁਆਰਾ ਕੀਤਾ ਜਾਂਦਾ ਫਿਰ ਇਹ ਅਸੰਭਵ ਹੁੰਦਾ। ਜੇਕਰ ਇੱਕ ਮਹੀਨੇ ਵਿੱਚ 400 ਨਵੇਂ ਮੈਂਬਰ ਚਰਚ ਵਿੱਚ ਆਉਂਦੇ ਹਨ ਤਾਂ ਉਹਨਾਂ ਨੂੰ ਸਿਖਾਉਣ ਅਤੇ ਉਹਨਾਂ ਦੀ ਦੇਖਭਾਲ ਕਰਨ ਵਿੱਚ ਬਹੁਤ ਸਮਾਂ ਅਤੇ ਮਿਹਨਤ ਲੱਗਦੀ ਹੈ। ਇਸ ਤੋਂ ਇਲਾਵਾ ਹਰ ਮਹੀਨੇ ਵੱਧ ਤੋਂ ਵੱਧ ਮੈਂਬਰਾਂ ਦੀ ਖੋਜ ਕੀਤੀ ਗਈ। ਅਜਿਹੇ ਮਾਮਲੇ ਵਿੱਚ ਜਿੱਥੇ ਨਵੇਂ ਮੈਂਬਰਾਂ ਨੇ ਅਜੇ ਤੱਕ ਦੁੱਧ ਨਹੀਂ ਛੱਡਿਆ ਹੈ, ਨਵੇਂ ਮੈਂਬਰਾਂ ਨੂੰ ਕੌਣ ਪੜ੍ਹਾ ਸਕਦਾ ਹੈ? ਫਿਰ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਹਰੇਕ ਮਹੀਨੇ ਲਗਾਤਾਰ ਵੱਧ ਤੋਂ ਵੱਧ ਫਲ ਪੈਦਾ ਕਰਨ ਦੀ ਇਜਾਜ਼ਤ ਦਿੱਤੀ। ਇਹ ਸਭ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਉਹਨਾਂ ਨੇ ਫੋਨ ਤੇ ਮਾਤਾ ਜੀ ਦੇ ਦੁਆਰਾ ਦਿੱਤੇ ਗਏ ਵਚਨਾਂ ਦੀ ਪਾਲਣਾ ਕੀਤੀ। ਮੈਂ ਇਸ ਦੀ ਇਜਾਜ਼ਤ ਦਿੰਦੀ ਹਾਂ। ਮੈਂ ਪ੍ਰਾਰਥਨਾ ਕਰਾਂਗੀ ਕਿ ਇਹ ਪੂਰਾ ਹੋ ਜਾਵੇ। ਮੈਂ ਤੁਹਾਡੇ ਉਦੇਸ਼ ਨੂੰ ਆਸ਼ੀਸ਼ ਦੇਵਾਂਗੀ। ਮਾਤਾ ਜੀ ਦੇ ਵਚਨ ਦੇ ਅਨੁਸਾਰ ਉਹ ਹਰ ਮਹੀਨੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਦੇ ਸੀ ਜੋ ਅਸਲ ਵਿੱਚ ਨਿਰਧਾਰਤ ਉਦੇਸ਼ ਤੋਂ ਵੀ ਵੱਧ ਸੀ। ਮਈ ਤੋਂ ਸਤੰਬਰ ਤੱਕ ਪਿੰਤੇਕੁਸਤ ਦੇ ਪਰਵ ਦੇ ਪ੍ਰਚਾਰ ਸਮਾਰੋਹ ਦੇ ਦੌਰਾਨ ਹੋਏ ਇਸ ਮਹਾਨ ਕੰਮ ਨੂੰ ਦੇਖ ਕੇ ਚਰਚ ਦਾ ਪੁਰੋਹਿਤ ਦੰਗ ਰਹਿ ਗਿਆ ਅਤੇ ਇਸ ਨੂੰ ਆਪਣੇ ਕੋਲ ਨਹੀਂ ਰੱਖ ਸਕਿਆ। ਇਸ ਲਈ ਉਸਨੇ ਇਸ ਖੁਸ਼ਬੂ ਨੂੰ ਸਾਂਝਾ ਕਰਨ ਦਾ ਫੈਸਲਾ ਕੀਤਾ।
ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਜੇਕਰ ਅਸੀਂ ਸਿਰਫ ਆਪਣੀ ਸ਼ਕਤੀ ਨਾਲ ਅਜਿਹਾ ਕਰਨ ਦੀ ਕੋਸ਼ਿਸ਼ ਕਰੀਏ ਤਦ ਕੁਝ ਵੀ ਨਹੀਂ ਹੋ ਸਕਦਾ। ਲਾਲ ਸਮੁੰਦਰ ਨੂੰ ਵੰਡਿਆ ਨਹੀਂ ਜਾ ਸਕਦਾ ਅਤੇ ਯਰੀਹੋ ਸ਼ਹਿਰ ਡਿੱਗ ਨਹੀਂ ਸਕਦਾ। ਸੂਰਜ ਵੀ ਨਹੀਂ ਰੁਕ ਸਕਦਾ, ਪਰ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਲਾਲ ਸਮੁੰਦਰ ਵੰਡਿਆ ਜਾ ਸਕਦਾ ਹੈ, ਯਰੀਹੋ ਸ਼ਹਿਰ ਡਿੱਗ ਸਕਦਾ ਹੈ ਅਤੇ ਸੂਰਜ ਰੁਕ ਸਕਦਾ ਹੈ। ਪਰਮੇਸ਼ਵਰ ਕੋਲ ਅਜਿਹੀ ਸਰਵਸ਼ਕਤੀਮਾਨ ਸਮਰਥ ਹੈ। ਹਾਲਾਂਕਿ ਇਸ ਯੁੱਗ ਵਿੱਚ ਪਰਮੇਸ਼ਵਰ ਇਹਨਾਂ ਸ਼ਾਨਦਾਰ ਚਮਤਕਾਰਾਂ ਦੁਆਰਾ ਆਪਣੀ ਸਰਵਸ਼ਕਤੀਮਾਨ ਸਮਰੱਥ ਨੂੰ ਪ੍ਰਗਟ ਨਹੀਂ ਕਰਦੇ। 2000 ਸਾਲ ਪਹਿਲਾਂ ਜਦੋਂ ਯੀਸ਼ੂ ਇਸ ਧਰਤੀ ਉੱਤੇ ਆਏ ਤਦ ਉਹਨਾਂ ਨੇ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਨੂੰ ਆਮ ਲੋਕ ਆਸਾਨੀ ਨਾਲ ਨਹੀਂ ਸਮਝ ਸਕਦੇ ਸੀ। ਜਿਵੇਂ ਕਿ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ, ਯੀਸ਼ੂ ਨੇ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਦੇ ਦੁਆਰਾ 5000 ਲੋਕਾਂ ਨੂੰ ਖਵਾਇਆ ਸੀ। ਇੱਥੋਂ ਤੱਕ ਕਿ ਬਚੀਆਂ ਹੋਈਆਂ ਰੋਟੀਆਂ ਅਤੇ ਮੱਛੀਆਂ ਨਾਲ 12 ਟੋਕਰੀਆਂ ਭਰ ਗਈਆਂ ਸੀ। ਉਹ ਪਾਣੀ ਉੱਤੇ ਚੱਲੇ ਅਤੇ ਉਹਨਾਂ ਨੇ ਉਸ ਔਰਤ ਨੂੰ ਵੀ ਚੰਗਾ ਕੀਤਾ ਜਿਸ ਨੂੰ 12 ਸਾਲਾਂ ਤੋਂ ਲਹੂ ਵਗਣ ਦਾ ਰੋਗ ਸੀ। ਉਹਨਾਂ ਨੇ ਹਰ ਸਮੇਂ ਅਜਿਹਾ ਨਹੀਂ ਕੀਤਾ, ਪਰ ਜਦੋਂ ਅਸੀਂ ਉਹਨਾਂ ਦੇ ਖੁਸ਼ਖਬਰੀ ਦੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਉੱਤੇ ਇੱਕ-ਇੱਕ ਕਰਕੇ ਨਜ਼ਰ ਪਾਉਂਦੇ ਹਾਂ, ਫਿਰ ਅਸੀਂ ਸਾਰੇ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਦੇ ਵਚਨਾਂ ਦੀ ਪ੍ਰਭੂ ਸੱਤਾ ਕਿੰਨੀ ਸ਼ਕਤੀਸ਼ਾਲੀ ਹੈ ਅਤੇ ਕਿਵੇਂ ਸਭ ਕੁਝ ਉਸ ਦੇ ਵਚਨ ਦੇ ਅਨੁਸਾਰ ਕੀਤਾ ਜਾਂਦਾ ਹੈ। ਆਓ ਕੂਚ ਅਧਿਆਇ 14 ਉੱਤੇ ਜਾਈਏ ਅਤੇ ਪਰਮੇਸ਼ਵਰ ਦੁਆਰਾ ਕੀਤੇ ਗਏ ਚਮਤਕਾਰ ਉੱਤੇ ਇੱਕ ਨਜ਼ਰ ਪਾਈਏ। ਆਇਤ 21 ਕਹਿੰਦੀ ਹੈ, ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਯਹੋਵਾ ਨੇ ਤੇਜਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ 2 ਭਾਗ ਹੋ ਗਏ। ਅਜਿਹਾ ਚਮਤਕਾਰ ਸਾਡੀ ਸ਼ਕਤੀ ਨਾਲ ਨਹੀਂ ਹੋ ਸਕਦਾ, ਪਰ ਕਿਉਂਕਿ ਪਰਮੇਸ਼ਵਰ ਸਾਡੇ ਨਾਲ ਹਨ ਅਤੇ ਅਸੀਂ ਉਸ ਦੀ ਸ਼ਕਤੀ ਦੀ ਵਰਤੋਂ ਕਰਦੇ ਹਾਂ, ਇਸ ਤਰ੍ਹਾਂ ਦਾ ਚਮਤਕਾਰ ਅਸਲ ਵਿੱਚ ਹੋ ਸਕਦਾ ਹੈ। ਆਓ ਯਹੋਸ਼ੂਆ ਦੇ 6ਵੇਂ ਅਧਿਆਇ ਉੱਤੇ ਜਾਈਏ। ਯਹੋਸ਼ੂਆ ਅਧਿਆਇ 6 ਵਚਨ 4 ਵਿੱਚ ਇਹ ਕਹਿੰਦਾ ਹੈ, ਸਭ ਜਾਜਕ ਸੰਦੂਕ ਦੇ ਅੱਗੇ ਮੇਢੇ ਦੀਆਂ ਸਿੰਗਾਂ ਦੀਆਂ 7 ਤੁਰੀਆਂ ਲੈ ਜਾਣ ਅਤੇ ਤੁਸੀਂ 7ਵੇਂ ਦਿਨ 7 ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਉਣਾ ਅਤੇ ਜਾਜਕ ਤੁਰੀਆਂ ਵਜਾਉਣ। ਜਦ ਉਹ ਦੇਰ ਤੱਕ ਮੇਢੇ ਦੇ ਸਿੰਗਾਂ ਦੀਆਂ ਤੁਰੀਆਂ ਵਜਾਉਣ ਅਤੇ ਜਦ ਤੁਸੀਂ ਤੁਰੀ ਦੀ ਆਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈ ਜੈਕਾਰ ਕਰਨ, ਤਾਂ ਸ਼ਹਿਰ ਦੀ ਸ਼ਹਿਰਪਨਾਹ ਨੀਂਹ ਤੋਂ ਡਿੱਗ ਪਵੇਗੀ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਂਹ ਜਾਵੇਗਾ। ਇਹ ਉਸੇ ਤਰ੍ਹਾਂ ਹੋਇਆ ਜਿਵੇਂ ਪਰਮੇਸ਼ਵਰ ਨੇ ਕਿਹਾ ਸੀ, ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ ਕਿ ਯਰੀਹੋ ਸ਼ਹਿਰ ਡਿੱਗ ਜਾਵੇਗਾ। ਇਸ ਲਈ ਇਜ਼ਰਾਈਲੀ ਕਨਾਨ ਦੇ ਪਹਿਲੇ ਸ਼ਹਿਰ ਨੂੰ ਬਹੁਤ ਆਸਾਨੀ ਨਾਲ ਹਰਾਉਣ ਦੇ ਯੋਗ ਸੀ। ਵਿਸ਼ਾਲ ਸ਼ਹਿਰ ਯਰੀਹੋ ਮਨੁੱਖਾਂ ਦੀ ਸ਼ਕਤੀ ਨਾਲ ਕਦੇ ਵੀ ਗਿਰਾਇਆ ਨਹੀਂ ਜਾ ਸਕਦਾ ਸੀ। ਹਾਲਾਂਕਿ ਜਿਵੇਂ ਜਿਵੇਂ ਪਰਮੇਸ਼ਵਰ ਦੀ ਸ਼ਕਤੀ ਨੇ ਕੰਮ ਕੀਤਾ, ਉਹ ਇਸ ਤਰ੍ਹਾਂ ਢਹਿ ਗਿਆ ਜਿਵੇਂ ਕਿ ਉਹ ਕੁਝ ਵੀ ਨਹੀਂ ਸੀ। ਆਓ ਅਸੀਂ ਯਹੋਸ਼ੂਆ ਅਧਿਆਇ 10 ਵਚਨ 12 ਪੜ੍ਹੀਏ। ਉਸ ਦਿਨ ਜਦ ਯਹੋਵਾ ਨੇ ਅਮੋਰੀਆਂ ਨੂੰ ਇਜ਼ਰਾਈਲੀਆਂ ਦੇ ਵਸ ਵਿੱਚ ਕਰ ਦਿੱਤਾ ਅਤੇ ਇਜ਼ਰਾਈਲੀਆਂ ਦੇ ਵੇਖਦਿਆਂ ਯਹੋਸ਼ੂਆ ਨੇ ਆਖਿਆ, ਹੇ ਸੂਰਜ ਗਿਬੋਨ ਉੱਤੇ, ਹੇ ਚੰਦਰਮਾ ਅਯਾਲੋਨ ਦੀ ਖੱਡ ਵਿੱਚ ਠਹਿਰਿਆ ਰਹਿ। ਤਦ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜਾ ਰਿਹਾ ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲਿਆ। ਕਿ ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ? ਸੋ ਸੂਰਜ ਆਕਾਸ਼ ਦੇ ਵਿਚਕਾਰ ਖੜਾ ਰਿਹਾ ਅਤੇ ਸਾਰੀ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ। ਜੇਕਰ ਇਹ ਮਨੁੱਖਾਂ ਦੀ ਸ਼ਕਤੀ ਦੁਆਰਾ ਕੀਤਾ ਗਿਆ ਹੁੰਦਾ, ਤਦ ਕੀ ਤੁਹਾਨੂੰ ਲੱਗਦਾ ਹੈ ਕਿ ਸੂਰਜ ਨੂੰ ਆਕਾਸ਼ ਵਿੱਚ ਸਥਿਰ ਕਰਨ ਜਾਂ ਚੰਦਰਮਾ ਨੂੰ ਇਜ਼ਰਾਈਲ ਦੀ ਜਿੱਤ ਲਈ ਰੋਕਣਾ ਸੰਭਵ ਹੁੰਦਾ? ਮਨੁੱਖਾਂ ਦੀ ਸ਼ਕਤੀ ਨਾਲ ਇਹ ਅਸੰਭਵ ਹੁੰਦਾ। ਸਿਰਫ ਸਾਡੀ ਸ਼ਕਤੀ ਨਾਲ ਜੋ ਅਸੰਭਵ ਹੈ, ਉਹ ਯਕੀਨੀ ਤੌਰ ਤੇ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਸੰਭਵ ਹੈ। ਜਦੋਂ ਅਸੀਂ ਇਸ ਯੁੱਗ ਵਿੱਚ ਸਾਨੂੰ ਸੌਂਪੀ ਗਈ ਖੁਸ਼ਖਬਰੀ ਦੇ ਹਾਲਾਤਾਂ ਨੂੰ ਦੇਖਦੇ ਹਾਂ, ਤਦ ਅਸੀਂ ਸੋਚ ਸਕਦੇ ਹਾਂ, ਖੁਸ਼ਖਬਰੀ ਦਾ ਸਭ ਤੋਂ ਵਧੀਆ ਨਤੀਜਾ ਪ੍ਰਾਪਤ ਕਰਨ ਲਈ ਮੈਂ ਕੀ ਕਰ ਸਕਦਾ ਹਾਂ? ਸਾਰੇ ਜਵਾਬ ਬਾਈਬਲ ਵਿੱਚ ਲਿਖੇ ਗਏ ਹਨ। ਜੇਕਰ ਅਸੀਂ ਆਪਣੀ ਸ਼ਕਤੀ ਨਾਲ ਖੁਸ਼ਖਬਰੀ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਖੁਸ਼ਖਬਰੀ ਸਾਮਰੀਆ ਜਾਂ ਧਰਤੀ ਦੇ ਬੰਨੇ ਤੀਕਰ ਨਹੀਂ ਪਹੁੰਚ ਸਕਦੀ। ਬਹੁਤ ਸਾਰੇ ਲੋਕ ਹਨ ਜੋ ਖੁਸ਼ਖਬਰੀ ਵਿੱਚ ਰੁਕਾਵਟ ਪਾਉਂਦੇ ਹਨ ਅਤੇ ਸਾਡੇ ਰਾਹ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਹਨ। ਖੁਸ਼ਖਬਰੀ ਦਾ ਕੰਮ ਆਸਾਨੀ ਨਾਲ ਨਹੀਂ ਕੀਤਾ ਜਾ ਸਕਦਾ। ਲਾਲ ਸਮੁੰਦਰ ਇੱਕ ਰੁਕਾਵਟ ਸੀ, ਯਰੀਹੋ ਸ਼ਹਿਰ ਇੱਕ ਰੁਕਾਵਟ ਸੀ,
ਅਤੇ ਸੂਰਜ ਜੋ ਜਲਦੀ ਡੁੱਬ ਰਿਹਾ ਸੀ, ਉਹ ਇੱਕ ਰੁਕਾਵਟ ਸੀ। ਹਾਲਾਂਕਿ ਜਦੋਂ ਪਰਮੇਸ਼ਵਰ ਨੇ ਆਪਣੀ ਸ਼ਕਤੀ ਦੀ ਵਰਤੋਂ ਕੀਤੀ, ਤਦ ਇਹ ਸਾਰੀਆਂ ਰੁਕਾਵਟਾਂ ਇਸ ਤਰ੍ਹਾਂ ਦੂਰ ਹੋ ਗਈਆਂ ਜਿਵੇਂ ਕਿ ਉਹ ਕੁਝ ਵੀ ਨਾ ਹੋਣ। ਸਾਨੂੰ ਪਰਮੇਸ਼ਵਰ ਦੇ ਵਾਅਦੇ ਦੇ ਵਚਨਾਂ ਉੱਤੇ ਭਰੋਸਾ ਰੱਖ ਕੇ ਖੁਸ਼ਖਬਰੀ ਦਾ ਕੰਮ ਕਰਨਾ ਚਾਹੀਦਾ ਹੈ। ਪਿਤਾ ਦੇ ਯੁੱਗ ਵਿੱਚ ਪਰਮੇਸ਼ਵਰ ਦੇ ਲੋਕ ਯਹੋਵਾ ਪਰਮੇਸ਼ਵਰ ਦੇ ਵਚਨਾਂ ਉੱਤੇ ਨਿਰਭਰ ਸੀ। ਪੁੱਤਰ ਦੇ ਯੁੱਗ ਵਿੱਚ ਉਹ ਯੀਸ਼ੂ ਮਸੀਹ ਦੇ ਵਚਨਾਂ ਉੱਤੇ ਨਿਰਭਰ ਸੀ। ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਮਸੀਹ ਆਨਸਾਂਗੂ ਜੀ ਦੇ ਵਚਨਾਂ ਉੱਤੇ, ਜੋ ਕਿ ਯੀਸ਼ੂ ਦਾ ਨਵਾਂ ਨਾਮ ਹੈ, ਅਤੇ ਨਵੀਂ ਯਰੂਸ਼ਲਮ ਸਵਰਗੀਆ ਮਾਤਾ ਜੀ ਦੇ ਵਚਨਾਂ ਉੱਤੇ ਨਿਰਭਰ ਹੋਣਾ ਚਾਹੀਦਾ ਹੈ। ਉਹਨਾਂ ਦੇ ਵਚਨਾਂ ਉੱਤੇ ਨਿਰਭਰ ਹੋ ਕੇ ਕੀਤਾ ਗਿਆ ਖੁਸ਼ਖਬਰੀ ਦਾ ਕੰਮ ਲਾਲ ਸਮੁੰਦਰ ਨੂੰ ਵੰਡ ਸਕਦਾ ਹੈ ਅਤੇ ਯਰੀਹੋ ਸ਼ਹਿਰ ਨੂੰ ਡਿਗਾ ਸਕਦਾ ਹੈ। ਕਿ ਕੁਝ ਵੀ ਅਸੰਭਵ ਹੋਵੇਗਾ? ਕਦੇ ਨਹੀਂ। ਚਿੱਠੀ ਭੇਜਣ ਵਾਲੇ ਪੁਰੋਹਿਤ ਨੇ ਕਿਹਾ ਕਿ ਉਸ ਦੇ ਆਤਮਿਕ ਰੋਂਗਟੇ ਖੜੇ ਹੋ ਗਏ। ਉਸਨੇ ਕਿਹਾ ਕਿ ਇੱਕ ਚੰਗਾ ਖੁਸ਼ਖਬਰੀ ਦਾ ਨਤੀਜਾ ਪ੍ਰਾਪਤ ਕਰਨਾ ਮੁਸ਼ਕਿਲ ਸੀ ਜਦੋਂ ਉਸਨੇ ਮਾਤਾ ਜੀ ਦੇ ਵਚਨਾਂ ਨੂੰ ਸਿਰਫ ਇੱਕ ਆਸ਼ੀਰਵਾਦ ਜਾਂ ਪ੍ਰੋਤਸਾਹਨ ਦੇ ਵਚਨਾਂ ਦੇ ਰੂਪ ਵਿੱਚ ਦੇਖਿਆ। ਪਹਿਲਾਂ ਉਹ 1 ਮਹੀਨੇ ਵਿੱਚ 50 ਜਾਂ ਇਸ ਤੋਂ ਵੀ ਘੱਟ ਮੈਂਬਰਾਂ ਨੂੰ ਲੱਭਣ ਲਈ ਕਾਫੀ ਸੰਘਰਸ਼ ਕਰਦੇ ਸੀ। ਹਾਲਾਂਕਿ ਉਹਨਾਂ ਨੇ ਦੇਖਿਆ ਕਿ ਜਦੋਂ ਉਹਨਾਂ ਨੂੰ ਵਿਸ਼ਵਾਸ ਸੀ ਕਿ ਮਾਤਾ ਜੀ ਦੇ ਵਚਨ ਜ਼ਰੂਰ ਸੱਚ ਹੋਣਗੇ, ਤਦ ਖੁਸ਼ਖਬਰੀ ਦੇ ਸਾਰੇ ਦਰਵਾਜ਼ੇ ਇੰਨੀ ਸੌਖੀ ਤਰ੍ਹਾਂ ਖੁੱਲ੍ਹ ਗਏ। ਸਾਰੇ ਲੋਕੋ, ਜਦੋਂ ਯੀਸ਼ੂ 2000 ਸਾਲ ਪਹਿਲਾਂ ਇਸ ਧਰਤੀ ਤੇ ਆਏ ਸੀ, ਤਾਂ ਕਿ ਉਹਨਾਂ ਨੇ ਆਪਣੇ ਵਚਨ ਦੋ ਅੰਨ੍ਹਿਆਂ ਨੂੰ ਨਹੀਂ ਦਿੱਤੇ। ਅੰਨਾ ਆਦਮੀ ਯੀਸ਼ੂ ਕੋਲ ਆਇਆ ਅਤੇ ਕਿਹਾ, ਹੇ ਦਾਊਦ ਦੇ ਪੁੱਤਰ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ? ਉਹਨਾਂ ਨੇ ਜਵਾਬ ਦਿੱਤਾ, ਕਿਰਪਾ ਕਰਕੇ ਸਾਡੀਆਂ ਅੱਖਾਂ ਖੋਲ੍ਹ ਦਿਓ ਤਾਂ ਜੋ ਅਸੀਂ ਹੋਰ ਲੋਕਾਂ ਵਾਂਗ ਦੇਖ ਸਕੀਏ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਖੁੱਲ੍ਹ ਜਾਣ। ਯੀਸ਼ੂ ਨੇ ਕਿਹਾ, ਜਿਹੀ ਤੁਹਾਡੀ ਨੇਚਾ ਤਿਹਾ ਹੀ ਤੁਹਾਡੇ ਲਈ ਹੋਵੇ। ਅੱਜ ਮੈਂ ਕੁਝ ਪਾਦਰੀਆਂ ਨਾਲ ਗੱਲ ਕੀਤੀ ਕਿ ਲਗਭਗ 30 ਸਾਲ ਪਹਿਲਾਂ ਕੀ ਹੋਇਆ ਸੀ। ਇੱਕ ਬਿਮਾਰ ਬੱਚਾ ਸੀ ਜਿਸ ਬਾਰੇ ਡਾਕਟਰ ਨੇ ਦੱਸਿਆ ਕਿ ਉਹ ਠੀਕ ਨਹੀਂ ਹੋ ਸਕਦਾ। ਉਹ ਇੱਕ ਡੀਕਨ ਦਾ ਬੱਚਾ ਸੀ। ਅਜਿਹਾ ਹੋਣ ਤੋਂ ਪਹਿਲਾਂ ਹੀ ਬੱਚੇ ਦੇ ਮਾਤਾ-ਪਿਤਾ ਦੀਆਂ ਨਜ਼ਰਾਂ ਸੰਸਾਰ ਵੱਲ ਲੱਗੀਆਂ ਸੀ। ਜੇਕਰ ਉਹ ਇਸੇ ਤਰ੍ਹਾਂ ਜਿਉਂਦੇ ਰਹਿੰਦੇ, ਤਦ ਉਹ ਆਤਮਿਕ ਤੌਰ ਤੇ ਗੰਭੀਰ ਸਥਿਤੀ ਵਿੱਚ ਹੁੰਦੇ। ਇਸ ਦੌਰਾਨ ਉਹਨਾਂ ਦਾ ਬੱਚਾ ਬਿਮਾਰ ਹੋ ਗਿਆ। ਉਹ ਇੰਨਾ ਬਿਮਾਰ ਹੋ ਗਿਆ ਕਿ ਡਾਕਟਰ ਨੇ ਵੀ ਕਹਿ ਦਿੱਤਾ ਕਿ ਉਸ ਦਾ ਇਲਾਜ ਨਹੀਂ ਹੋ ਸਕਦਾ। ਉਹਨਾਂ ਨੂੰ ਦੱਸਿਆ ਗਿਆ ਕਿ ਸਿਓਲ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਵਿੱਚ ਵੀ ਉਸ ਦਾ ਇਲਾਜ ਨਹੀਂ ਹੋ ਸਕਦਾ। ਉੱਥੇ ਡਾਕਟਰ ਨੇ ਉਹਨਾਂ ਨੂੰ ਕਿਹਾ ਕਿ ਬੱਚੇ ਨੂੰ ਜੋ ਵੀ ਉਹ ਖਾਣਾ ਚਾਹੁੰਦਾ ਹੈ ਉਸ ਨੂੰ ਖਾਣ ਲਈ ਦਿਓ ਅਤੇ ਉਹ ਜੋ ਕਰਨਾ ਚਾਹੁੰਦਾ ਹੈ ਉਸ ਨੂੰ ਕਰਨ ਦਿਓ, ਕਿਉਂਕਿ ਉਹ ਬਚਣ ਵਾਲਾ ਨਹੀਂ ਸੀ। ਕਈ ਮੈਡੀਕਲ ਟੈਸਟਾਂ ਤੋਂ ਬਾਅਦ ਵੀ ਉਹਨਾਂ ਨੂੰ ਸਿਰਫ ਇਹੀ ਦੱਸਿਆ ਗਿਆ ਕਿ ਬੱਚਾ ਠੀਕ ਨਹੀਂ ਹੋ ਸਕਦਾ। ਇਸ ਲਈ ਸਵਰਗੀ ਮਾਤਾ ਜੀ ਨੇ ਉਹਨਾਂ ਨੂੰ ਫੋਨ ਕੀਤਾ। ਉਸ ਸਮੇਂ ਮਾਤਾ ਜੀ ਮੈਂਬਰਾਂ ਨੂੰ ਵਿਅਕਤੀਗਤ ਤੌਰ ਤੇ ਮਿਲਣ ਲਈ ਸਮਾਂ ਕੱਢਣ ਦੇ ਯੋਗ ਸਨ, ਕਿਉਂਕਿ ਸਾਡੇ ਕੋਲ ਪੂਰੇ ਕੋਰੀਆ ਅਤੇ ਦੁਨੀਆ ਭਰ ਵਿੱਚ ਇੰਨੇ ਮੈਂਬਰ ਜਾਂ ਚਰਚ ਨਹੀਂ ਸੀ ਜਿੰਨੇ ਸਾਡੇ ਕੋਲ ਹੁਣ ਹਨ। ਮਾਤਾ ਜੀ ਨੇ ਡੀਕਨ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਉਹਨਾਂ ਦੇ ਬੱਚੇ ਲਈ ਪ੍ਰਾਰਥਨਾ ਕੀਤੀ। ਜਦੋਂ ਮਾਤਾ ਜੀ ਨੇ ਉਸ ਲਈ ਪ੍ਰਾਰਥਨਾ ਕੀਤੀ ਤਾਂ ਉਹ ਠੀਕ ਹੋਣ ਲੱਗਾ। ਹੁਣ ਉਹ ਬੱਚਾ ਵੱਡਾ ਹੋ ਗਿਆ ਹੈ ਅਤੇ ਬ੍ਰਾਜ਼ੀਲ ਵਿੱਚ ਮਿਸ਼ਨਰੀ ਵਜੋਂ ਕੰਮ ਕਰ ਰਿਹਾ ਹੈ। ਡਾਕਟਰ ਨੇ ਉਸ ਦੇ ਮਾਤਾ-ਪਿਤਾ ਨੂੰ ਕਿਹਾ ਕਿ ਉਸ ਦੇ ਕੋਲ ਬਹੁਤ ਸਾਰੇ ਮੈਡੀਕਲ ਟੈਸਟ ਕਰਾਉਣ ਤੋਂ ਬਾਅਦ ਵੀ ਜ਼ਿਆਦਾ ਦਿਨ ਬਾਕੀ ਨਹੀਂ ਬਚਣਗੇ। ਜਦੋਂ ਮਾਤਾ ਜੀ ਉਹਨਾਂ ਨੂੰ ਮਿਲਣ ਗਏ ਤਾਂ ਮੈਂ ਉਹਨਾਂ ਦੇ ਨਾਲ ਸੀ। ਡੀਕਨ ਦੇ ਬੱਚੇ ਨੇ ਮੈਨੂੰ ਉਹਨਾਂ ਬੱਚਿਆਂ ਦੀ ਯਾਦ ਦਿਲਾਈ ਜਿਨ੍ਹਾਂ ਲਈ ਚੈਰਿਟੀ ਸਮਾਗਮਾਂ ਵਿੱਚ ਇਹ ਕਹਿੰਦੇ ਹੋਏ ਪੈਸਾ ਇਕੱਠਾ ਕਰਨ ਦੀ ਲੋੜ ਸੀ, ਕਿਰਪਾ ਕਰਕੇ ਸਾਡੇ ਕੰਮ ਲਈ ਦਾਨ ਕਰੋ। ਉਸ ਦਾ ਚਿਹਰਾ ਬਹੁਤ ਪਤਲਾ ਹੋ ਗਿਆ ਸੀ ਅਤੇ ਉਸ ਦੀਆਂ ਬਾਹਾਂ ਅਤੇ ਲੱਤਾਂ ਇੰਨੀਆਂ ਹੱਡੀਦਾਰ ਹੋ ਗਈਆਂ ਸੀ ਕਿ ਬਿਲਕੁਲ ਮਾਸਪੇਸ਼ੀਆਂ ਨਹੀਂ ਬਚੀਆਂ ਸੀ। ਸਿਰਫ ਉਸ ਦਾ ਢਿੱਡ ਵੱਡਾ ਸੀ ਕਿਉਂਕਿ ਉਹ ਬਹੁਤ ਸੁੱਜਿਆ ਹੋਇਆ ਸੀ। ਉਹ ਆਪਣੀ ਬਿਮਾਰੀ ਦੇ ਆਖਰੀ ਪੜਾਅ ਤੇ ਸੀ, ਇਸ ਲਈ ਉੱਥੇ ਟਿਊਮਰ ਵੱਧ ਰਿਹਾ ਸੀ। ਕਿਉਂਕਿ ਕੋਈ ਵੀ ਦਵਾਈ ਉਸ ਲਈ ਕੰਮ ਨਹੀਂ ਕਰ ਰਹੀ ਸੀ, ਇਸ ਲਈ ਡਾਕਟਰ ਨੇ ਉਸ ਨੂੰ ਕਿਹਾ ਕਿ ਉਹ ਹੋਰ ਕੁਝ ਨਹੀਂ ਕਰ ਸਕਦਾ। ਜੋੜੇ ਨੇ ਸਵਰਗੀਆ ਮਾਤਾ ਜੀ ਨੂੰ ਮਦਦ ਲਈ ਕਿਹਾ ਅਤੇ ਮਾਤਾ ਜੀ ਨੇ ਉਹਨਾਂ ਨੂੰ ਕਿਹਾ, ਤੁਹਾਨੂੰ ਪਰਮੇਸ਼ਵਰ ਉੱਤੇ 100% ਵਿਸ਼ਵਾਸ ਕਰਨਾ ਚਾਹੀਦਾ ਹੈ। ਕਿਉਂਕਿ ਉਸ ਸਮੇਂ ਉਹਨਾਂ ਦਾ ਵਿਸ਼ਵਾਸ ਥੋੜਾ ਕਮਜ਼ੋਰ ਹੋ ਗਿਆ ਸੀ ਅਤੇ ਉਹ ਸੰਸਾਰ ਅਤੇ ਸੱਚਾਈ ਦੇ ਵਿਚਕਾਰ ਡਗਮਗਾ ਰਹੇ ਸੀ। ਪਰ ਮਾਤਾ ਜੀ ਦੀ ਪ੍ਰਾਰਥਨਾ ਦੁਆਰਾ ਉਹਨਾਂ ਦਾ ਵਿਸ਼ਵਾਸ ਮਜ਼ਬੂਤ ਹੋਣ ਤੋਂ ਬਾਅਦ
ਬੱਚਾ ਠੀਕ ਹੋਣ ਲੱਗਿਆ ਅਤੇ ਹੁਣ ਉਹ ਤੰਦਰੁਸਤ ਹੈ। ਮੁਲਾਕਾਤ ਦੌਰਾਨ ਮਾਤਾ ਜੀ ਨੇ ਉਸ ਨੂੰ ਕਿਹਾ, ਇਹ ਅਸੰਭਵ ਹੈ ਜੇਕਰ ਤੁਹਾਨੂੰ ਪਰਮੇਸ਼ਵਰ ਉੱਤੇ 100% ਵਿਸ਼ਵਾਸ ਨਹੀਂ ਹੈ। ਇਸ ਲਈ ਤੁਹਾਨੂੰ 100% ਵਿਸ਼ਵਾਸ ਦੀ ਲੋੜ ਹੈ। ਉਹ ਉਹਨਾਂ ਦਾ ਇਕਲੌਤਾ ਪੁੱਤਰ ਸੀ, ਇਸ ਲਈ ਉਹਨਾਂ ਨੇ ਆਪਣਾ ਸਾਰਾ ਮਨ ਉਸ ਨੂੰ ਸਮਰਪਿਤ ਕਰ ਦਿੱਤਾ। ਚਮਤਕਾਰੀ ਤੌਰ ਤੇ ਉਹਨਾਂ ਦਾ ਬੱਚਾ ਚੰਗਾ ਹੋ ਗਿਆ। ਮੈਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ, ਕਿਉਂਕਿ ਮੈਂ ਦੇਖਿਆ ਸੀ ਕਿ ਉਹ ਕਿੰਨਾ ਬਿਮਾਰ ਹੋਇਆ ਕਰਦਾ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਸਾਡੇ ਲਈ ਪਰਮੇਸ਼ਵਰ ਦੀ ਕਿਰਪਾ ਕਿੰਨੀ ਮਹਾਨ ਹੈ। ਹਾਲਾਂਕਿ ਅਸੀਂ ਪਰਮੇਸ਼ਵਰ ਦੀ ਇਸ ਕਿਰਪਾ ਨੂੰ ਵਾਰ-ਵਾਰ ਭੁੱਲਦੇ ਰਹਿੰਦੇ ਹਾਂ। ਹਾਲਾਂਕਿ ਯੀਸ਼ੂ ਨੇ ਬਹੁਤ ਕੁਝ ਕੀਤਾ ਅਤੇ ਕਿਹਾ, ਲੋਕ ਉਹਨਾਂ ਦੇ ਵਚਨ ਦੀ ਪ੍ਰਭੂਸੱਤਾ ਨੂੰ ਭੁੱਲਦੇ ਰਹੇ। ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਸੂਰਜ ਨੂੰ ਰੋਕਣ, ਯਰੀਹੋ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਦੇਣ ਅਤੇ ਲਾਲ ਸਮੁੰਦਰ ਨੂੰ ਵੰਡ ਕੇ ਸੁੱਕੀ ਧਰਤੀ ਬਣਾਉਣ ਦੀ ਪਰਮੇਸ਼ਵਰ ਦੀ ਸ਼ਕਤੀ ਨੂੰ ਭੁੱਲਦੇ ਰਹਿੰਦੇ ਹਾਂ। ਜਦੋਂ ਪਰਮੇਸ਼ਵਰ ਸਾਨੂੰ ਸਾਮਰੀਆ ਅਤੇ ਧਰਤੀ ਦੇ ਬੰਨੇ ਤੀਕਰ ਇਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਹਿੰਦੇ ਹਨ, ਤਦ ਪਰਮੇਸ਼ਵਰ ਪਹਿਲਾਂ ਤੋਂ ਹੀ ਖੁਸ਼ਖਬਰੀ ਦੇ ਕੰਮ ਦੇ ਪੂਰਾ ਹੋਣ ਦੇ ਨਤੀਜੇ ਨਾਲ ਇਹ ਵਚਨ ਦਿੰਦੇ ਹਨ। ਪਰਮੇਸ਼ਵਰ ਸਾਡੇ ਤੋਂ ਉਹ ਕੰਮ ਨਹੀਂ ਕਰਵਾਉਂਦੇ ਜੋ ਸਾਡੇ ਲਈ ਅਸੰਭਵ ਹੈ, ਕਿਉਂਕਿ ਪਰਮੇਸ਼ਵਰ ਸਾਨੂੰ ਸਭ ਕੁਝ ਪੂਰਾ ਕਰਨ ਦੀ ਯੋਗਤਾ ਪ੍ਰਦਾਨ ਕਰਦੇ ਹਨ। ਸਾਨੂੰ ਹਮੇਸ਼ਾ ਉਹਨਾਂ ਦੇ ਵਚਨਾਂ ਉੱਤੇ ਨਿਰਭਰ ਰਹਿਣਾ ਚਾਹੀਦਾ ਹੈ। ਸਾਨੂੰ ਪਰਮੇਸ਼ਵਰ ਦੇ ਵਚਨ ਉੱਤੇ ਨਿਰਭਰ ਰਹਿੰਦੇ ਹੋਏ ਆਪਣੇ ਬਾਕੀ ਜੀਵਨ ਵਿੱਚ ਖੁਸ਼ਖਬਰੀ ਲਈ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ। ਮੈਂ ਤੁਹਾਨੂੰ ਇੱਕ ਵਾਰ ਫਿਰ ਪਿਤਾ ਤੇ ਮਾਤਾ ਜੀ ਦੇ ਵਚਨਾਂ ਦੀ ਸ਼ਕਤੀ ਨੂੰ ਤੁਹਾਡੇ ਦਿਲ ਉੱਤੇ ਉਕਾਰਨ ਲਈ ਕਹਿਣਾ ਚਾਹੁੰਦਾ ਹਾਂ। ਅਤੇ ਯਾਦ ਰੱਖੋ ਕਿ ਜਦੋਂ ਪਰਮੇਸ਼ਵਰ ਖੁਸ਼ਖਬਰੀ ਦਾ ਕੰਮ ਕਰਦੇ ਹਨ ਤਾਂ ਇਹ ਸੌਖੀ ਤਰ੍ਹਾਂ ਹੋ ਜਾਂਦਾ ਹੈ। ਆਓ ਲੂਕਾ ਅਧਿਆਇ 5 ਵਚਨ 4 ਦੇਖੀਏ। ਅਧਿਆਇ 5 ਵਚਨ 4। ਜਦ ਉਹ ਬਚਨ ਕਰ ਹਟਿਆ ਤਾਂ ਸ਼ਮੌਨ ਨੂੰ ਕਿਹਾ, ਭਾਈ ਡੂੰਘੇ ਪਾਣੀ ਵਿੱਚ ਲੈ ਚਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ। ਸ਼ਮੌਨ ਅਰਥਾਤ ਪਤਰਸ ਨੇ ਉੱਤਰ ਦਿੱਤਾ ਕਿ ਸਵਾਮੀ ਜੀ, ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ, ਮਤਲਬ ਕੋਈ ਮੱਛੀ ਨਹੀਂ ਫੜੀ। ਤਦ ਵੀ ਤੇਰੇ ਆਖਣ ਨਾਲ ਜਾਲ ਪਾਵਾਂਗਾ। ਜਾਂ ਉਹਨਾਂ ਨੇ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਹਨਾਂ ਦੇ ਜਾਲ ਟੁੱਟਣ ਲੱਗੇ। ਤਦ ਉਹਨਾਂ ਨੇ ਆਪਣੇ ਸਾਂਝੀਆਂ ਨੂੰ, ਜਿਹੜੇ ਦੂਜੀ ਬੇੜੀ ਉੱਤੇ ਸਨ, ਸੈਨਤ ਕੀਤੀ, ਜੋ ਆਣ ਕੇ ਸਾਡੀ ਮਦਦ ਕਰੋ। ਸੋ ਉਹ ਆਏ ਅਰ ਦੋਵੇਂ ਬੇੜੀਆਂ ਅਜਿਹੀਆਂ ਭਰ ਲਈਆਂ ਜੋ ਡੁੱਬਣ ਲੱਗੀਆਂ। ਸ਼ਮੌਨ ਪਤਰਸ ਇਹ ਵੇਖ ਕੇ ਯੀਸ਼ੂ ਦੇ ਪੈਰੀ ਪਿਆ ਤੇ ਬੋਲਿਆ, ਪ੍ਰਭੂ ਜੀ, ਮੇਰੇ ਕੋਲੋਂ ਚਲਿਆ ਜਾ, ਕਿਉਂ ਜੋ ਮੈਂ ਪਾਪੀ ਬੰਦਾ ਹਾਂ। ਅੱਜ ਆਓ ਅਸੀਂ ਇੱਕ ਵਾਰ ਫਿਰ ਇਸ ਗੱਲ ਨੂੰ ਉਕਾਰੀਏ ਕਿ ਸਭ ਕੁਝ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਕੀਤਾ ਗਿਆ ਹੈ ਅਤੇ ਪਿਤਾ ਅਤੇ ਮਾਤਾ ਜੀ ਹੁਣ ਵੀ ਮੁਕਤੀ ਦੀ ਖੁਸ਼ਖਬਰੀ ਦਾ ਮਹਾਨ ਕੰਮ ਕਰ ਰਹੇ ਹਨ। ਸਿਯੋਨ ਦੀਆਂ ਸਾਰੀਆਂ ਸੰਤਾਨੋਂ, ਆਓ ਅਸੀਂ ਇੱਕ ਨੂੰ ਵੀ ਛੱਡੇ ਬਿਨਾਂ ਉਹਨਾਂ ਦੇ ਕੰਮ ਵਿੱਚ ਭਾਗ ਲਈਏ ਤਾਂ ਜੋ ਅਸੀਂ ਪਰਮੇਸ਼ਵਰ ਦੀ ਮਹਾਨ ਵਡਿਆਈ ਵਿੱਚ ਪ੍ਰਵੇਸ਼ ਕਰ ਸਕੀਏ। ਆਸ ਕਰਦਾ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਇਹਨਾਂ ਵਚਨਾਂ ਤੋਂ ਜ਼ਿਆਦਾ ਕਿਰਪਾ ਪ੍ਰਾਪਤ ਕੀਤੀ। ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ।